ਵੈਲਕਮ ਟੂ ਜੀਟੀ ਐਜੂਕੇਸ਼ਨ। ਅੱਜ ਆਪਾਂ ਡਿਸਕਸ ਕਰਾਂਗੇ ਪ੍ਰੈਪੋਜੀਸ਼ਨ ਪ੍ਰੈਕਟਿਸ ਸੈਟ। ਇਹਦੇ ਵਿੱਚ ਆਪਾਂ ਇੰਪੋਰਟੈਂਟ 20 ਸੈਂਟੈਂਸਸ ਡਿਸਕਸ ਕਰਾਂਗੇ ਤੇ ਉਹਨਾਂ ਦੇ ਵਿੱਚ ਆਪਾਂ ਕੁਝ ਰੂਲਸ ਵੀ ਡਿਸਕਸ ਕਰਾਂਗੇ ਕਿ ਕਿਉਂ ਆਪਾਂ ਇੱਕ ਪਾਰਟਿਕੂਲਰ ਪ੍ਰੈਪੋਜੀਸ਼ਨ ਨੂੰ ਯੂਜ਼ ਕਰਦੇ ਹਾਂ। ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਵੀਡੀਓਜ਼ ਅਪਲੋਡ ਹੁੰਦੀਆਂ ਨੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਤੇ ਪ੍ਰੈਪੋਜੀਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰੈਪੋਜੀਸ਼ਨ ਬਾਰੇ ਥੋੜਾ ਦੱਸ ਦਵਾਂ ਕੀ ਹੁੰਦੇ ਨੇ। ਪ੍ਰੈਪੋਜੀਸ਼ਨ ਕੁਝ ਵਰਡਸ ਹੁੰਦੇ ਆ ਜਿਹੜੇ ਨਾउन ਜਾਂ ਪ੍ਰੋਨਾउन ਤੋਂ ਪਹਿਲਾਂ ਯੂਜ਼ ਕੀਤੇ ਜਾਂਦੇ ਆ, ਉਹਨਾਂ ਦਾ ਨਾउन ਜਾਂ ਪ੍ਰੋਨਾउन ਦੇ ਨਾਲ ਰਿਲੇਸ਼ਨ ਸ਼ੋ ਕਰਨ ਦੇ ਲਈ। ਤੇ ਕੁਝ ਇਹਦੇ ਵਿੱਚ ਗਲਤੀਆਂ ਹੋਣ ਦੇ ਕਾਰਨ ਇਹ ਹੁੰਦੇ ਨੇ ਕਿਉਂਕਿ ਇਹਦੇ ਵਿੱਚ ਕੁਝ ਫ੍ਰੇਜ਼ਲ ਵਰਬ ਯੂਜ਼ ਕੀਤੇ ਜਾਂਦੇ ਆ। ਫ੍ਰੇਜ਼ਲ ਵਰਬ ਇੱਕ ਅਲੱਗ ਵੋਕੈਬੂਲਰੀ ਹੁੰਦੀ ਆ ਜਿਹਦੇ ਵਿੱਚ ਇੱਕ ਵਰਬ ਹੁੰਦਾ ਤੇ ਇੱਕ ਪ੍ਰੈਪੋਜੀਸ਼ਨ ਹੁੰਦਾ, ਦੋਨੋਂ ਜੁੜ ਕੇ ਇੱਕ ਨਵਾਂ ਸ਼ਬਦ ਬਣਾਉਂਦੇ ਆ ਤੇ ਉਹਦਾ ਟੋਟਲੀ ਅਲੱਗ ਮੀਨਿੰਗ ਹੁੰਦਾ ਇਹਦੇ ਓਰੀਜਨਲ ਵਰਡ ਦੇ ਨਾਲੋਂ। ਇਸ ਕਰਕੇ ਇਹਦੇ ਵਿੱਚ ਗਲਤੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ। ਤਾਂ ਪ੍ਰੈਪੋਜੀਸ਼ਨ ਅਗਰ ਆਪਾਂ ਕਰ ਰਹੇ ਹਾਂ ਤਾਂ ਤੁਹਾਨੂੰ ਫ੍ਰੇਜ਼ਲ ਵਰਬ ਬਾਰੇ ਵੀ ਥੋੜਾ ਪਤਾ ਹੋਣਾ ਜ਼ਰੂਰੀ ਹੈ। ਫ੍ਰੇਜ਼ਲ ਵਰਬ ਦੇ ਵਿੱਚ ਜਿਸ ਤਰ੍ਹਾਂ ਦਾ ਐਂਡ ਅਪ ਹੈ, ਐਂਡ ਅਪ ਦਾ ਮਤਲਬ ਕੀ ਹੁੰਦਾ? ਐਂਡ ਦਾ ਮਤਲਬ ਤਾਂ ਖਤਮ ਕਰਨਾ ਹੁੰਦਾ ਤੇ ਅਪ ਦਾ ਮਤਲਬ ਹੁੰਦਾ ਉੱਪਰ ਜਾਣਾ, ਹਨਾ। ਪਰ ਐਂਡ ਅਪ ਦਾ ਇੱਥੇ ਮਤਲਬ ਕੀ ਆ ਕਿ ਕਿਸੇ ਪੋਜੀਸ਼ਨ ਦੇ ਉੱਪਰ ਪਹੁੰਚ ਜਾਣਾ ਜਾਂ ਕਿਸੇ ਸਿਚੁਏਸ਼ਨ ਦੇ ਉੱਪਰ ਜਾਂ ਕਿਸੇ ਮੰਜ਼ਿਲ ਦੇ ਉੱਪਰ ਪਹੁੰਚ ਜਾਣਾ, ਟੋਟਲੀ ਫਰਕ ਹੈ। ਤੇ ਟੇਕ ਆਫਟਰ ਦਾ ਮਤਲਬ ਕੀ ਹੁੰਦਾ? ਟੇਕ ਆਪਾਂ ਮਤਲਬ ਟੇਕ ਦਾ ਮਤਲਬ ਹੁੰਦਾ ਲੈਣਾ, ਆਫਟਰ ਦਾ ਮਤਲਬ ਹੁੰਦਾ ਬਾਅਦ ਵਿੱਚ। ਤੇ ਬਟ ਇੱਥੇ ਮੀਨਿੰਗ ਕੀ ਹੈ ਟੇਕ ਆਫਟਰ ਦਾ ਮਤਲਬ ਕਿ ਕਿਸੇ ਦਾ ਜਿਹੜਾ ਸ਼ਕਲ ਹੈ ਕਿਸੇ ਦੀ ਉਹ ਕਿ ਦੂਸਰੇ ਨਾਲ ਮਿਲਦੀ ਹੋਣਾ, ਜਿਵੇਂ ਬੱਚੇ ਦੀ ਸ਼ਕਲ ਉਹਨਾਂ ਦੇ ਪੈਰੈਂਟਸ ਨਾਲ ਮਿਲਦੀ ਹੈ, ਉਹਦੇ ਲਈ ਆਪਾਂ ਟੇਕ ਆਫਟਰ ਵਰਡ ਯੂਜ਼ ਕਰਦੇ ਹਾਂ ਰਿਜ਼ੈਂਬਲ ਕਰਨ ਵਾਸਤੇ। ਇਹ ਅਲੱਗ ਹੈ। ਜਿਸ ਤਰ੍ਹਾਂ ਕਾਲ ਆਫ ਦਾ ਮਤਲਬ ਕੀ ਹੈ? ਕੈਂਸਲ ਕਰਨਾ। ਹੁਣ ਆਪਾਂ ਪ੍ਰੈਕਟਿਸ ਸੈਟ ਸ਼ੁਰੂ ਕਰਦੇ ਹਾਂ। ਪਹਿਲਾਂ ਇਹਦੇ ਵਿੱਚ ਲਿਖਿਆ ਹੋਇਆ ਆਈ ਵਾਸ ਟਰੈਵਲਿੰਗ ਡੈਸ਼ ਦਾ ਕਾਰ। ਹੁਣ ਇਹਦੇ ਵਿੱਚ ਤੁਸੀਂ ਮਾਰਕ ਕਰਨ ਦੀ ਕੋਸ਼ਿਸ਼ ਕਰਨੀ ਆ। ਦੇਖੋ ਇਹਦੇ ਵਿੱਚੋਂ ਕੁਝ ਆਪਸ਼ਨ ਤਾਂ ਡਾਇਰੈਕਟਲੀ ਐਲੀਮੀਨੇਟ ਹੋ ਜਾਣਗੇ, ਜਿਸ ਤਰ੍ਹਾਂ ਨਾਲ ਕਿਹੜਾ, ਜਿਸ ਤਰ੍ਹਾਂ ਨਾਲ ਅਲੋਂਗ ਹੈ, ਅਲੋਂਗ ਦਾ ਕਾਰ ਤਾਂ ਹੋ ਨਹੀਂ ਸਕਦਾ ਹੈਗਾ। ਔਨ ਦਾ ਕਾਰ ਵੀ ਨਹੀਂ ਸਕਦਾ ਕਿਉਂਕਿ ਤੁਸੀਂ ਕਾਰ ਦੀ ਛੱਤ ਤੇ ਬੈਠ ਕੇ ਨਹੀਂ ਜਾ ਰਹੇ ਹੈਗੇ। ਛੱਤ ਤੇ ਬੈਠ ਕੇ ਜਾ ਰਹੇ ਹੋ ਤਾਂ ਤੁਸੀਂ ਔਨ ਲਿਖ ਸਕਦੇ ਹੋ, ਬਟ ਅਗਰ ਕਾਰ ਦੇ ਵਿੱਚ ਬੈਠ ਕੇ ਜਾ ਰਹੇ ਹੋ ਤਾਂ ਤੁਸੀਂ ਔਨ ਨਹੀਂ ਲਿਖ ਸਕਦੇ, ਔਨ ਨਹੀਂ ਲਿਖ ਸਕਦੇ। ਹੁਣ ਇੱਥੇ ਕੀ ਹੈ? ਇੱਥੇ ਲਿਖਿਆ ਹੋਇਆ ਟਰੈਵਲਿੰਗ। ਯਾਦ ਰੱਖਿਓ ਜਿੱਥੇ ਸ਼ਬਦ ਟਰੈਵਲਿੰਗ ਆਵੇ, ਗੋਇੰਗ ਆਵੇ, ਮਤਲਬ ਜਿੱਥੇ ਤੁਸੀਂ ਜਾ ਰਹੇ ਹੋ ਤਾਂ ਉੱਥੇ ਤੁਸੀਂ ਕੀ ਯੂਜ਼ ਕਰਨਾ? ਬਾਈ ਯੂਜ਼ ਕਰਨਾ ਹਮੇਸ਼ਾ। I was traveling by the car, in the car ਨਹੀਂ ਕਿ ਤੁਸੀਂ ਕਾਰ ਦੇ ਵਿੱਚ ਨਹੀਂ ਟਰੈਵਲ ਕਰ ਰਹੇ, ਕਾਰ ਦੇ ਵਿੱਚ ਤਾਂ ਤੁਸੀਂ ਬੈਠੇ ਹੋ। ਤੁਸੀਂ ਕੀ ਲਿਖਣਾ? I was traveling by the car, but in car ਵੀ ਲਿਖ ਸਕਦੇ ਕੁਝ ਕੇਸਿਸ ਦੇ ਵਿੱਚ, ਉਹ ਤੁਹਾਨੂੰ ਮੈਂ ਦੱਸਦਾ ਕਿੱਦਾਂ ਹੁੰਦਾ। ਜਿਸ ਤਰ੍ਹਾਂ ਲਿਖਿਆ ਹੈ I am sitting in the car, ਅਗਰ ਤੁਸੀਂ ਕਾਰ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਲਿਖ ਸਕਦੇ ਹੋ I am sitting in the car, ਠੀਕ ਹੈ ਜੀ। ਜਾਂ ਫਿਰ ਤੁਸੀਂ ਮਤਲਬ ਅਗਰ ਟਰੈਵਲ ਕਰ ਰਹੇ ਹੋ ਜਾਂ ਜਾ ਰਹੇ ਹੋ ਫਿਰ ਤੁਸੀਂ ਕੀ ਲਿਖੋਗੇ? He was going by the car, ਜਾਂ ਫਿਰ she is going on the foot, ਅਗਰ ਪੈਦਲ ਜਾ ਰਹੇ ਹੋ ਤਾਂ on the foot ਯੂਜ਼ ਕਰੋਗੇ। ਇਹ ਫਰਕ ਹੈ ਇਹਦੇ ਵਿੱਚ। ਅਗਲਾ ਦੇਖੋ, ਅਗਲਾ ਕੀ ਹੈ? ਪੁੱਟ ਅ ਬਲੈਂਕਟ ਡੈਸ਼ ਦਾ ਬੇਬੀ, ਬੱਚੇ ਉੱਪਰ ਕੰਬਲ ਦੇ ਦੋ। ਪੰਜਾਬੀ ਚ ਮੀਨਿੰਗ ਇਹ ਬਣਦਾ, ਬਟ ਅੰਗਰੇਜ਼ੀ ਚ ਐ ਸੱਚ ਨਹੀਂ ਬਣਦਾ, ਇੰਨਾ ਸਿੰਪਲ ਨਹੀਂ। ਉਹਦੇ ਵਿੱਚ ਕੀ ਨੇ? ਪ੍ਰੈਪੋਜੀਸ਼ਨ ਯੂਜ਼ ਹੁੰਦੀਆਂ ਨੇ, ਉਹ ਅਲੱਗ-ਅਲੱਗ ਨੇ। ਹੁਣ ਤੁਸੀਂ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰੋ। ਪੁੱਟ ਅ ਬਲੈਂਕਟ ਅਬਾਊਟ ਦਾ ਬੇਬੀ ਤਾਂ ਨਹੀਂ ਆ ਸਕਦਾ ਹੈਗਾ, ਐਟ ਦਾ ਬੇਬੀ ਵੀ ਨਹੀਂ ਆ ਸਕਦਾ ਹੈਗਾ ਕਿਉਂਕਿ ਐਟ ਤਾਂ ਆਪਾਂ ਕਿਹਦੇ ਲਈ ਯੂਜ਼ ਕਰਦੇ ਹਾਂ? ਟਾਈਮ ਲਈ ਯੂਜ਼ ਕਰਦੇ ਹਾਂ ਜਾਂ ਕਿਸੇ ਇੱਕ ਪਾਰਟੀਕੂਲਰ ਪਲੇਸ ਲਈ। ਕੋਈ ਵੱਡਾ ਪਲੇਸ ਉਹਦੇ ਵਿੱਚ ਇੱਕ ਛੋਟੇ ਪਲੇਸ ਦੀ ਗੱਲ ਹੋ ਰਹੀ ਆ ਤਾਂ ਉਹਦੇ ਲਈ ਤੁਸੀਂ ਐਟ ਯੂਜ਼ ਕਰਦੇ ਹੋ। ਜਿਵੇਂ ਇੱਕ ਸ਼ਹਿਰ, ਸ਼ਹਿਰ ਦੇ ਵਿੱਚ ਇੱਕ ਕਲੋਨੀ ਹੈ, ਉੱਥੇ ਤੁਸੀਂ ਰਹਿੰਦੇ ਹੋ ਤਾਂ ਉਹਦੇ ਲਈ ਤੁਸੀਂ ਐਟ ਯੂਜ਼ ਕਰੋਗੇ, ਸ਼ਹਿਰ ਲਈ ਇਨ ਯੂਜ਼ ਕਰ ਲਓਗੇ। ਬਟ ਇੱਥੇ ਪ੍ਰੋਬਲਮ ਕੀ ਹੈ? ਹੁਣ ਟਾਈ ਆ ਗਈ ਔਨ ਤੇ ਓਵਰ ਦੇ ਵਿੱਚ। ਹੁਣ ਤੁਸੀਂ ਯਾਦ ਰੱਖਣਾ, ਅਗਰ ਕੋਈ ਚੀਜ਼ ਮਤਲਬ ਸਪੋਜ਼ ਕਰੋ ਕਿ ਚੀਜ਼ ਹੈ, ਇਹਨੂੰ ਮੈਂ ਇੱਕ ਹੋਰ ਚੀਜ਼ ਨਾਲ ਪ੍ਰੋਪਰ ਕਵਰ ਕਰ ਦਿੰਦਾ ਤਾਂ ਉਹਦੇ ਲਈ ਮੈਂ ਓਵਰ ਯੂਜ਼ ਕਰੂੰਗਾ। ਜਦੋਂ ਇੱਕ ਚੀਜ਼ ਦੂਸਰੀ ਚੀਜ਼ ਨੂੰ ਪ੍ਰੋਪਰ ਕਵਰ ਕਰ ਲੈਂਦੀ ਹੈ ਤਾਂ ਉਹਦੇ ਲਈ ਆਪਾਂ ਓਵਰ ਯੂਜ਼ ਕਰਦੇ ਹਾਂ। ਚਾਹੇ ਫਿਜ਼ੀਕਲ ਕੰਟੈਕਟ ਹੈ ਜਾਂ ਨਹੀਂ ਹੈ, ਉਹ ਮੈਟਰ ਨਹੀਂ ਕਰਦਾ। ਜ਼ਿਆਦਾਤਰ ਸਾਨੂੰ ਕੀ ਸਿਖਾਇਆ ਜਾਂਦਾ ਕਿ ਜੇ ਫਿਜ਼ੀਕਲ ਕੰਟੈਕਟ ਆ ਤਾਂ ਆਪਾਂ ਔਨ ਯੂਜ਼ ਕਰਨਾ, ਅਗਰ ਫਿਜ਼ੀਕਲ ਕੰਟੈਕਟ ਨਹੀਂ ਹੈਗਾ ਤਾਂ ਆਪਾਂ ਓਵਰ ਕਰ ਸਕਦੇ ਹਾਂ। ਮੰਨ ਲਓ ਇੱਕ ਚੀਜ਼ ਦੂਸਰੀ ਚੀਜ਼ ਦੇ ਉੱਪਰ ਹੈ ਤੇ ਮੋਸ਼ਨ ਦੇ ਵਿੱਚ, ਉਹਦੇ ਲਈ ਆਪਾਂ ਓਵਰ ਯੂਜ਼ ਕਰਾਂਗੇ। ਬਟ ਇੱਕ ਇੱਥੇ ਐਕਸੈਪਸ਼ਨ ਇਹ ਵੀ ਹੈ ਕਿ ਅਗਰ ਇੱਕ ਚੀਜ਼ ਨੇ ਦੂਸਰੀ ਚੀਜ਼ ਨੂੰ ਪ੍ਰੋਪਰ ਕਵਰ ਕੀਤਾ ਹੋਇਆ ਤਾਂ ਉਹਦੇ ਲਈ ਵੀ ਆਪਾਂ ਓਵਰ ਯੂਜ਼ ਕਰ ਸਕਦੇ ਹਾਂ। ਜਿਵੇਂ ਇੱਕ ਹੋਰ ਐਗਜ਼ਾਮਪਲ ਆ, ਸਪੋਜ਼ ਕਰੋ ਇੱਕ ਰਿਵਰ ਜਾ ਰਹੀ ਹੈ, ਰਿਵਰ ਦੇ ਉੱਪਰ ਇੱਕ ਪੁਲ ਬਣਿਆ ਹੋਇਆ, ਪੁਲ ਨੇ ਰਿਵਰ ਨੂੰ ਕਵਰ ਕਰ ਲਿਆ, ਇਸ ਜਗ੍ਹਾ ਤੋਂ ਲੈ ਕੇ ਇਸ ਜਗ੍ਹਾ ਤੱਕ ਕਵਰ ਕਰ ਲਿਆ, ਤਾਂ ਇਹਦੇ ਲਈ ਵੀ ਮੈਂ ਓਵਰ ਯੂਜ਼ ਕਰੂੰਗਾ। ਮੈਂ ਕਹੂੰਗਾ ਬ੍ਰਿਜ ਓਵਰ ਦਾ ਰਿਵਰ, ਨਾਟ ਔਨ ਦਾ ਰਿਵਰ। ਕਈ ਵਾਰ ਕ੍ਰਾਸ ਦਾ ਰਿਵਰ ਕਹਿੰਦੇ ਨੇ, ਉਹ ਅਲੱਗ ਕੰਟੈਕਸਟ ਦੇ ਵਿੱਚ ਹੁੰਦਾ, ਉਹ ਵੀ ਗਲਤ ਹੈ, ਠੀਕ ਹੈ ਜੀ। ਤਾਂ ਹੁਣ ਇਹਦੇ ਵਿੱਚ ਕੀ ਯੂਜ਼ ਹੋਊਗਾ? ਪੁੱਟ ਅ ਬਲੈਂਕਟ ਓਵਰ ਦਾ ਬੇਬੀ, ਧਿਆਨ ਚ ਰੱਖਿਓ। ਅਗਲਾ ਕੀ ਹੈ? ਸਟੇ ਡੈਸ਼ ਯੂਅਰ ਲਿਮਿਟਸ, ਪੰਜਾਬੀ ਵਿੱਚ ਇਹਦਾ ਮਤਲਬ ਹੈ ਕਿ ਆਪਣੀ ਹੱਦਾਂ 'ਚ ਰਹੋ ਜਾਂ ਆਪਣੀ ਔਕਾਤ 'ਚ ਰਹੋ। ਤਾਂ ਹੁਣ ਇਹਦੇ ਵਿੱਚ ਐਲੀਮੀਨੇਟ ਕਿਹੜੇ ਕਿਹੜੇ ਕਰ ਸਕਦੇ ਹੋ? ਐਟ ਤਾਂ ਆ ਹੀ ਨਹੀਂ ਸਕਦਾ, ਨਾ ਔਨ ਆ ਸਕਦਾ। ਹੁਣ ਕਿਹੜਾ ਕਿਹੜਾ ਰਹਿ ਗਿਆ? ਇਨ ਤੇ ਵਿਦਨ। ਇੱਥੇ ਕੈਂਡੀਡੇਟਸ ਕਨਫਿਊਜ਼ ਹੁੰਦੇ ਆ। ਹੁਣ ਇਨ ਤੇ ਵਿਦਨ 'ਚ ਕੀ ਫਰਕ ਆ? ਕਿ ਆਪਣੀਆਂ ਲਿਮਟਾਂ ਦੇ ਵਿੱਚ ਰਹੋ, ਆਪਣੀ ਔਕਾਤ ਦੇ ਵਿੱਚ ਰਹੋ। ਤਾਂ ਔਕਾਤ ਦੇ ਵਿੱਚ ਜਿਹੜਾ ਸ਼ਬਦ ਹੈ ਉਹਦੇ ਲਈ ਇੱਕ ਇਹ ਨਹੀਂ ਹੈ ਕਿ ਪ੍ਰੋਪਰ ਕੋਈ ਤੁਹਾਡੀ ਬਾਉਂਡਰੀ ਔਕਾਤ ਦੀ, ਕਿ ਤੁਹਾਡੀ ਬਾਉਂਡਰੀ ਇੱਥੇ ਖਤਮ ਹੋ ਜਾਂਦੀ ਔਕਾਤ ਦੀ ਜਾ ਕੇ ਤੁਸੀਂ ਇੱਥੇ ਤੱਕ ਰਹਿਣਾ, ਨਹੀਂ। ਅਗਰ ਆਪਾਂ ਇਨ ਯੂਜ਼ ਉੱਥੇ ਕਰਦੇ ਹਾਂ ਜਿੱਥੇ ਆਪਾਂ ਨੂੰ ਪ੍ਰੋਪਰ ਬਾਉਂਡਰੀ ਸ਼ੋ ਕੀਤੀ ਜਾਵੇ, ਠੀਕ ਹੈ ਜੀ। ਬਾਉਂਡਰੀ ਲਈ ਆਪਾਂ ਇਨ ਕਰਦੇ ਹਾਂ, ਬਟ ਇੱਥੇ ਔਕਾਤ ਰਹਿਣ ਦੀ ਗੱਲ ਹੈ। ਇੱਕ ਫ੍ਰੇਜ਼ਲ ਵਰਬ ਵੀ ਹੈ ਵਿਦਨ, ਜਾਂ ਇੱਕ ਫ੍ਰੇਜ਼ ਵੀ ਹੈ ਸਟੇ ਵਿਦਨ ਯੂਅਰ ਲਿਮਿਟਸ, ਤਾਂ ਇੱਥੇ ਵਿਦਨ ਆਏਗਾ ਨਾ ਕਿ ਇਨ ਆਏਗਾ, ਇਹ ਵੀ ਤੁਸੀਂ ਯਾਦ ਰੱਖਣਾ। ਅਗਲਾ ਦੇਖੋ, ਇੰਡੀਆ ਇਜ਼ ਕਮਿਟਡ ਡੈਸ਼ ਅ ਪਾਲਿਸੀ ਆਫ ਪੀਸਫੁਲ ਐਗਜ਼ਿਸਟੈਂਸ। ਹੁਣ ਇਹਦੇ ਵਿੱਚ ਦੇਖੋ ਕਿਹੜੇ ਕਿਹੜੇ ਐਲੀਮੈਂਟ ਹੋ ਜਾਣਗੇ? ਕਮਿਟਡ ਵਿਦ, ਦੇਖੋ ਵਿਦ ਨਹੀਂ ਯੂਜ਼ ਕਰ ਸਕਦੇ। ਵਿਦ ਕਿੱਥੇ ਯੂਜ਼ ਕਰਦੇ ਆਪਾਂ? ਵਿਦ ਆਪਾਂ ਜ਼ਿਆਦਾਤਰ ਉੱਥੇ ਯੂਜ਼ ਕਰਦੇ ਹਾਂ ਜਿੱਥੇ ਕਿਸੇ ਪਰਸਨ ਦੀ ਗੱਲ ਹੋਵੇ, ਉਹਦੇ ਲਈ ਆਪਾਂ ਵਿਦ ਯੂਜ਼ ਕਰਨਾ, ਠੀਕ ਹੈ ਜੀ। ਇਹਦਾ ਕੱਟਿਆ ਗਿਆ। ਕਮਿਟਡ ਆਫ, ਆਫ ਵੀ ਨਹੀਂ ਹੋ ਸਕਦਾ।
ਹੁਣ ਟਾਈਕ ਦੇ ਵਿੱਚ ਰਹੇਗੀ ਕਮਿਟਡ ਟੂ ਤੇ ਕਮਿਟਡ ਫॉर। ਕਮਿਟਡ ਫॉर ਵੀ ਨਹੀਂ ਯੂਜ਼ ਕਰਦੇ ਆਪਾਂ, ਮੋਸਟਲੀ ਜਦੋਂ ਕਮਿਟਡ ਸ਼ਬਦ ਆਉਂਦਾ ਤਾਂ ਉਹਦੇ ਨਾਲ ਆਪਾਂ ਕੀ ਯੂਜ਼ ਕਰਦੇ ਹਾਂ, ਟੂ ਹੀ ਯੂਜ਼ ਕਰਦੇ ਹਾਂ, ਮੋਸਟ ਮੇਜਰ ਆਫ ਦਾ ਟਾਈਮ ਆਪਾਂ ਟੂ ਯੂਜ਼ ਕਰਦੇ ਹਾਂ, ਠੀਕ ਹੈ ਜੀ। ਤੇ ਇਹ ਤੁਸੀਂ ਯਾਦ ਰੱਖਣਾ। ਤਾਂ ਹੁਣ ਇਹਦੇ ਵਿੱਚ ਇੱਕ ਹੋਰ ਜਗ੍ਹਾ ਜੀ, ਇਹਦੇ ਵਿੱਚ ਇੱਕ ਚੀਜ਼ ਇਹ ਵੀ ਹੈ ਕਿ ਕਮਿਟਡ ਦੇ ਨਾਲ ਆਪਾਂ ਕਈ ਵਾਰ ਬਾਈ ਯੂਜ਼ ਕਰਦੇ ਹਾਂ, ਬਟ ਉੱਥੇ ਤੁਸੀਂ ਈਜ਼ੀਲੀ ਆਇਡੈਂਟੀਫਾਈ ਕਰ ਸਕੋਗੇ ਕਿ ਬਾਈ ਕਿੱਥੇ ਯੂਜ਼ ਕਰਦੇ ਆ ਤੇ ਟੂ ਕਿੱਥੇ ਯੂਜ਼ ਕਰਦੇ ਆ। ਜਿਸ ਤਰ੍ਹਾਂ ਦਾ ਇੱਕ ਸੈਂਟੈਂਸ ਹੈ, देयर आर मैनी मोर क्राइम्स कमिटेड बाय हिम, ਇਹ ਬੜਾ ਈਜ਼ੀ ਹੈ, ਤੁਸੀਂ ਈਜ਼ੀਲੀ ਆਇਡੈਂਟੀਫਾਈ ਕਰੋਗੇ ਕਿਤੇ ਬਾਈ ਆਏਗਾ ਕਿ ਉਹਦੇ ਦੁਆਰਾ ਕੀਤੇ ਗਏ, ਕਮਿਟਡ ਟੂ ਹਿਮ ਨਹੀਂ ਕਰੋਗੇ, ਠੀਕ ਹੈ ਜੀ। ਇਹ ਫਰਕ ਹੈ, ਤੁਸੀਂ ਯਾਦ ਰੱਖਣਾ। ਅਗਲਾ ਹੈ आई एम यूज्ड डैश सच हार्डशिप। हार्डशिप का मतलब ਹੁੰਦਾ ਕੋਈ ਮਿਜ਼ਰੇਬਲ ਕੰਡੀਸ਼ਨ, ਗਰੀਬੀ ਤੰਗੀ ਵਗੈਰਾ ਦੀ ਹਾਲਤ, ਉਹਨੂੰ ਆਪਾਂ ਹਾਰਡਸ਼ਿਪ ਕਹਿੰਦੇ ਆ। ਤੇ ਹੁਣ ਕੀ ਹੈ ਕਿ आई एम यूज्ड डैश सच हार्डशिप्स, ਇਹਦੇ ਵਿੱਚ ਹੁਣ ਤੁਸੀਂ यूज्ड फ्रॉम, ਇਹ ਤਾਂ ਆ ਨਹੀਂ ਸਕਦਾ फ्रॉम, यूज्ड फॉर, यूज्ड एट ਇਹ ਵੀ ਨਹੀਂ ਆ ਸਕਦਾ ਹੈਗਾ। ਹੁਣ ਕਿਹੜੇ ਕਿਹੜੇ ਰਹਿ ਗਏ, यूज्ड फॉर, यूज्ड टू। ਬਹੁਤ ਵਾਰ ਤੁਸੀਂ ਸੁਣਿਆ ਨਾ यूज्ड टू। यूज्ड टू ਦਾ ਮਤਲਬ ਕੀ ਹੁੰਦਾ, ਕਿਸ ਚੀਜ਼ ਦਾ ਆਦੀ ਹੋਣਾ, ਹੈਬਚੁਅਲ ਹੋਣਾ ਕਿਸੇ ਚੀਜ਼ ਦਾ, ਉਹਦੇ ਲਈ ਆਪਾਂ ਲਿਖਦੇ ਹਾਂ यूज्ड टू। ਤਾਂ ਹੁਣ ਇੱਥੇ ਕੀ ਆਏਗਾ, यूज्ड टू ਕਿ ਮੈਂ ਇਹ ਜੀ ਸਿਚੁਏਸ਼ਨ ਦਾ ਆਦੀ ਹਾਂ, ਮੈਂ ਐਵੇਂ ਦੀ ਹਾਲਾਤ ਦਾ ਆਦੀ ਹਾਂ, ਠੀਕ ਹੈ ਜੀ। ਅਗਲਾ ਦੇਖੋ, ਅਗਲਾ ਹੈ ਸਿਵਾ ਹੈਜ਼ नो कंट्रोल डैश हिज टेंपर, ਕਿ ਸਿਵਾ ਦਾ ਆਪਣੇ ਗੁੱਸੇ ਉੱਪਰ ਕੰਟਰੋਲ ਨਹੀਂ, ਪੰਜਾਬੀ ਦੇ ਵਿੱਚ ਇਹ ਮਤਲਬ ਬਣਦਾ, ਬਟ ਇਹ ਜ਼ਰੂਰੀ ਨਹੀਂ ਹੁੰਦਾ ਕਿਹੜਾ ਪੰਜਾਬੀ ਦੇ ਵਿੱਚ ਮੀਨਿੰਗ ਆ ਰਿਹਾ ਸੇਮ ਆਪਾਂ ਇੰਗਲਿਸ਼ ਦੇ ਵਿੱਚ ਯੂਜ਼ ਕਰ ਲਈਏ, ਲੈਂਗੁਏਜ ਟੂ ਲੈਂਗੁਏਜ ਵੇਰੀ ਕਰਦੀਆਂ ਨੇ, ਇਹ ਤੁਸੀਂ ਧਿਆਨ ਰੱਖਣਾ। ਤਾਂ ਕੰਟਰੋਲ ਐਟ ਹਿਸ ਟੈਂਪਰ, ਐਟ ਹਿਸ ਟੈਂਪਰ ਤਾਂ ਆਏਗਾ ਨਹੀਂ, ਆਫਟਰ ਹਿਸ ਟੈਂਪਰ ਵੀ ਨਹੀਂ ਆਏਗਾ। ਹੁਣ ਦੋ ਰਹਿ ਗਏ, ਇਨ ਹਿਸ ਟੈਂਪਰ ਵੀ ਨਹੀਂ ਆ ਸਕਦਾ, ਹੁਣ ਤਾਂ ਸਿੱਧੇ ਪਤਾ ਲੱਗਾ ਓਵਰ, ਓਵਰ ਆਏਗਾ। ਸਿਵਾ ਹੈਜ਼ नो कंट्रोल ओवर हिज टेंपर, ਇਹ ਠੀਕ ਹੈ। ਹੁਣ ਦੇਖੋ ਕਈ ਜਗ੍ਹਾ ਤੇ ਆਪਾਂ ਕੰਟਰੋਲ ਦੇ ਨਾਲ ਬਾਈ ਵੀ ਲਗਾਉਂਦੇ ਹਾਂ, ਬਟ ਬਹੁਤ ਘੱਟ ਜਗ੍ਹਾ ਤੇ ਉਹ ਤੁਹਾਨੂੰ ਪਤਾ ਲੱਗ ਜਾਏਗਾ। ਜਿਸ ਤਰ੍ਹਾਂ ਦਿਸ ਕੰਪਨੀ ਇਜ਼ ਕੰਪਲੀਟਲੀ ਕੰਟਰੋਲਡ ਬਾਈ ਦਾ ਗਵਰਨਮੈਂਟ ਆਫ ਇੰਡੀਆ। ਹੁਣ ਕੰਟਰੋਲਡ ਬਾਈ ਹੈ ਨਾ, ਬਾਈ ਮਤਲਬ ਕਿਸੇ ਦੁਆਰਾ, ਉੱਥੇ ਤੁਸੀਂ ਬਾਈ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਕੰਟਰੋਲ ਇਹ ਥੋੜਾ ਕੰਟੈਕਸਟ ਅਲੱਗ ਹੋ ਗਿਆ, ਬਟ ਇੱਥੇ ਤੁਸੀਂ ਈਜ਼ੀਲੀ ਆਇਡੈਂਟੀਫਾਈ ਕਰ ਸਕਦੇ ਹੋ। ਤਾਂ ਸੇਮ ਹੁਣ ਮੈਂ ਕਹਿ ਰਿਹਾ ਕਿ ਦਾ ਐਗਜ਼ਾਮੀਨੇਸ਼ਨ ਵਿਲ ਬਿਗਿਨ ਡੈਸ਼ ਮੰਡੇ ਹੈ ਨਾ, ਹੁਣ ਇੱਥੇ ਕੀ ਆ ਸਕਦੇ ਨੇ ਆਪਸ਼ਨ, ਦੇਖੋ ਐਟ ਮੰਡੇ ਤਾਂ ਨਹੀਂ ਆ ਸਕਦਾ ਨਾ, ਇਨ ਮੰਡੇ ਆ ਸਕਦਾ। ਹੁਣ ਆਪਣੇ ਕੋਲ ਦੋ ਰਹਿ ਗਏ, ਫਰੋਮ ਤੇ ਔਨ। ਤੇ ਮੈਂ ਤੁਹਾਨੂੰ ਦੱਸੂਗਾ ਕਿ ਇਹ ਕੁਝ ਰੂਲਸ ਨੇ ਕਿ ਡੇਜ਼ ਲਈ ਆਪਾਂ ਕੀ ਯੂਜ਼ ਕਰਨਾ, ਡੇਟ ਲਈ ਕੀ ਯੂਜ਼ ਕਰਨਾ ਤੇ ਈਅਰ ਲਈ ਕੀ ਯੂਜ਼ ਕਰਨਾ। ਤਾਂ ਅਗਰ ਫਰੋਮ ਵੀ ਲੱਗਦਾ ਹੋ ਕੁਝ ਸਟੂਡੈਂਟਸ ਨੂੰ ਕਿ ਠੀਕ ਆ, ਬਟ ਫਰੋਮ ਦੇ ਵਿੱਚ ਇਹ ਹੁੰਦਾ ਕਿ ਕੋਈ ਚੀਜ਼ ਸ਼ੁਰੂ ਹੋ ਰਹੀ ਹੈ ਇੱਕ ਜਗ੍ਹਾ ਤੋਂ ਤੇ ਉਹਦੀ ਡਿਊਰੇਸ਼ਨ ਦੱਸੀ ਜਾ ਰਹੀ ਹੈ ਕਿ ਗੇਮਸ ਵਿਲ ਸਟਾਰਟ ਫਰੋਮ ਦਿਸ ਟੂ ਦਿਸ ਡੇਟ, ਤੇ ਉਹਦੇ ਲਈ ਆਪਾਂ ਟੂ ਯੂਜ਼, ਫਰੋਮ ਤੇ ਟੂ ਯੂਜ਼ ਕਰ ਸਕਦੇ ਹਾਂ, ਬਟ ਇੱਥੇ ਆਪਾਂ ਫਰੋਮ ਨਹੀਂ ਯੂਜ਼ ਕਰਾਂਗੇ। ਇੱਥੇ ਮੋਸਟ ਐਪਰੋਪਰੀਏਟ ਕੀ ਹੈ, ਔਨ, ਕਿ ਜਿਹੜਾ ਐਗਜ਼ਾਮ ਆ ਉਹ ਸੋਮਵਾਰ ਨੂੰ ਸ਼ੁਰੂ ਹੋਊਗਾ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਹੁਣ ਅਗਰ ਤੁਸੀਂ ਕਿਸੇ ਜਗ੍ਹਾ ਤੇ ਪਾਰਟੀਕੂਲਰ ਟਾਈਮ ਤੇ ਪਹੁੰਚ ਰਹੇ ਹੋ, ਤੁਸੀਂ ਉਹਦੇ ਲਈ ਐਟ ਲਗਾਓਗੇ, ਜਿਵੇਂ ਆਈ ਰੀਚਡ देयर ਐਟ 7 PM, ਠੀਕ ਹੈ ਜੀ। ਬਟ ਅਗਰ ਕਿਸੇ ਮਹੀਨੇ ਦੀ ਗੱਲ ਕਰੀਏ ਤਾਂ ਤੁਸੀਂ ਕਹੋਗੇ ਇਨ ਜੂਨ, ਤਾਂ ਫਿਰ ਤੁਸੀਂ ਲਿਖੋਗੇ ਇਨ ਜੂਨ। ਅਗਰ ਕਿਸੇ ਦਿਨ ਦੀ ਗੱਲ ਕਰੀਏ ਫਿਰ ਕਹੋਗੇ ਔਨ ਫਰਾਈਡੇ। ਅਗਰ ਕਿਸੇ ਈਅਰ ਦੀ ਗੱਲ ਕਰੀਏ ਫਿਰ ਕਹੋਗੇ ਇਨ 2021, ਸਾਲ ਲਈ ਇਨ ਲਗਾਉਣਾ, ਦਿਨ ਲਈ ਔਨ ਲਗਾਉਣਾ ਜਾਂ ਡੇਟ ਲਈ ਔਨ ਲਗਾਉਣਾ, ਤੇ ਉਸ ਤੋਂ ਇਲਾਵਾ ਮੰਥ ਲਈ ਇਨ ਲਗਾਉਣਾ ਤੇ ਟਾਈਮ ਲਈ ਐਟ ਲਗਾਉਣਾ, ਇਹ ਤੁਸੀਂ ਯਾਦ ਰੱਖਣਾ। ਅਗਲਾ ਦੇਖੋ, ਦ ਟ੍ਰੇਨ ਇਜ਼ ਅਰਾਈਵਿੰਗ, ਦ ਟ੍ਰੇਨ ਇਜ਼ ਅਰਾਈਵਿੰਗ ਪਲੇਟਫਾਰਮ ਨੰਬਰ 7 ਡੈਸ਼ ਪਲੇਟਫਾਰਮ ਨੰਬਰ 7। ਹੁਣ ਤੁਸੀਂ ਇਹਦੇ ਵਿੱਚ ਦੇਖੋ ਵੀ ਕੀ ਗਲਤ ਹੋ ਸਕਦਾ, ਅਰਾਈਵਿੰਗ ਬਿਫੋਰ, ਬਿਫੋਰ ਤਾਂ ਹੀ ਨਹੀਂ ਸਕਦਾ, ਅਪੌਨ ਵੀ ਨਹੀਂ ਆ ਸਕਦਾ। ਹੁਣ ਆਪਣੇ ਕੋਲ ਟਾਈ ਰਹਿ ਗਈ, ਇੱਕ ਹੈਗਾ ਐਟ ਤੇ ਦੂਸਰਾ ਹੈਗਾ ਔਨ। ਹੁਣ ਕਨਫਿਊਜ਼ਨ ਇਹੀ ਹੋਏਗੀ ਕਿ ਯਾਰ ਪਲੇਟਫਾਰਮ ਦੇ ਉੱਪਰ ਆ ਰਹੀ ਹੈ ਟ੍ਰੇਨ, ਬਟ ਪਲੇਟਫਾਰਮ ਦੇ ਉੱਪਰ ਨਹੀਂ ਆ ਰਹੀ ਟ੍ਰੇਨ, ਟ੍ਰੇਨ ਕਿੱਥੇ ਆ ਰਹੀ ਹੈ, ਟਰੈਕ ਦੇ ਉੱਪਰ ਆ ਰਹੀ ਹੈ। ਜਦੋਂ ਇੱਕ ਚੀਜ਼ ਦਾ ਫਿਜ਼ੀਕਲ ਕੰਟੈਕਟ ਆ, ਸਪੋਜ਼ ਕਰੋ ਇਹ ਪਲੇਟਫਾਰਮ, ਪਲੇਟਫਾਰਮ ਦੇ ਉੱਪਰ ਮੈਂ ਰਫ ਡਰਾ ਕਰ ਰਿਹਾ, ਟ੍ਰੇਨ ਆ ਰਹੀ ਹੈ ਪਲੇਟਫਾਰਮ ਦੇ ਉੱਪਰ, ਪਲੇਟਫਾਰਮ ਨਹੀਂ ਇਹ ਬਲਕਿ ਟਰੈਕ ਦੇ ਉੱਪਰ ਆ ਰਹੀ ਹੈ, ਟਰੈਕ ਨਾਲ ਇਹਦਾ ਫਿਜ਼ੀਕਲ ਕੰਟੈਕਟ ਆ, ਤਾਂ ਤੁਸੀਂ ਟਰੈਕ ਦੇ ਲਿਖ ਸਕਦੇ ਹੋ ਟ੍ਰੇਨ ਇਜ਼ ਕਮਿੰਗ ਔਨ ਦਾ ਟਰੈਕ, ਨਾਟ ਔਨ ਦਾ ਪਲੇਟਫਾਰਮ। ਪਲੇਟਫਾਰਮ ਲਈ ਕੀ ਲਗਾਓਗੇ ਤੁਸੀਂ, ਐਟ ਲਗਾਓਗੇ, ਯਾਦ ਰੱਖਿਓ। ਨੈਕਸਟ ਦੇਖੋ, ਅਗਲਾ ਹੈ ਆਈ ਕੈਨ ਕੋਪ ਡੈਸ਼ ਐਨੀ ਪ੍ਰੋਬਲਮ, ਕਿ ਮੈਂ ਕਿਸੇ ਵੀ ਪ੍ਰੋਬਲਮ ਨੂੰ ਹੈਂਡਲ ਕਰ ਸਕਦਾ। ਹੁਣ ਕਈ ਵਾਰ ਐਗਜ਼ਾਮ ਦੇ ਵਿੱਚ ਆ ਜਾਂਦਾ ਕੋਪ ਅਪ ਵਿਦ, ਵਿਦ ਫਰੋਮ, ਅਪ। ਕੋਪ ਫਰੋਮ ਨਹੀਂ ਹੋਊਗਾ, ਇਹ ਤਾਂ ਬਿਲਕੁਲ ਗਲਤ ਆ। ਕੋਪ ਅਪ ਵਿਦ ਦੋਨੋਂ ਨਹੀਂ ਆਉਣਗੇ, ਇਹ ਵੀ ਗਲਤ ਹੈ ਕਿਉਂਕਿ ਦੋ ਪ੍ਰੈਪੋਜੀਸ਼ਨ ਇਕੱਠੇ ਨਹੀਂ ਯੂਜ਼ ਕਰ ਸਕਦੇ ਆਪਾਂ। ਤਾਂ ਹੁਣ ਹੈਗਾ ਕੋਪ ਵਿਦ ਵੀ ਨਹੀਂ ਆਉਂਦਾ, ਇਹਨਾਂ ਦਾ ਕੋਪ ਅਪ। ਕੋਪ ਅਪ ਇੱਕ ਫਰੇਜ਼ਲ ਵਰਬ ਹੈ, ਇਹਦਾ ਮਤਲਬ ਹੁੰਦਾ ਕਿਸੇ ਸਿਚੁਏਸ਼ਨ ਨੂੰ ਹੈਂਡਲ ਕਰਨਾ, ਤਾਂ ਇਹਦਾ ਕੀ ਹੈਗਾ, ਕੋਪ ਅਪ। ਅਗਲਾ ਹੈ ਹਿਜ਼ ਮੈਨਰ ਚ ਡੈਸ਼ ਹਿਮ, ਸਪੀਕ ਆਫ ਹਿਮ, ਸਪੀਕ ਆਊਟ ਜਾਂ ਸਪੀਕ ਅਪ ਜਾਂ ਸਪੀਕ ਫॉर, ਹੈ ਨਾ, ਬੜਾ ਕਨਫਿਊਜ਼ ਕਰਨ ਵਾਲਾ, ਬਟ ਇਹਦੇ ਵਿੱਚ ਸਲਾਈਟਲੀ ਡਿਫਰੈਂਸ ਹੈ ਹਰ ਇੱਕ ਦੇ ਮੀਨਿੰਗ ਦੇ ਵਿੱਚ। ਜਿਸ ਤਰ੍ਹਾਂ ਨਾਲ ਸਪੀਕ ਆਫ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਗਵਾਹੀ ਭਰਨਾ ਜਾਂ ਕਿਸੇ ਚੀਜ਼ ਬਾਰੇ ਦੱਸਣਾ, ਇਹ ਸਹੀ ਆਨਸਰ ਹੈ ਸਪੀਕ ਆਫ ਹਿਜ਼ ਮੈਨਰ। ਸਪੀਕ ਆਊਟ ਦਾ ਮਤਲਬ ਹੁੰਦਾ ਬੋਲਣਾ ਕੁਝ ਵੀ। ਸਪੀਕ ਫॉर ਹੁੰਦਾ ਕਿਸੇ ਦੀ ਸਪੋਰਟ ਦੇ ਵਿੱਚ ਬੋਲਣਾ, ਕਿਸੇ ਪਰਸਨ ਦੀ ਸਪੋਰਟ, ਜਿਵੇਂ ਆਈ ਸਪੋਕ ਫॉर ਹਿਮ, ਕਿ ਮੈਂ ਉਹਦੇ ਲਈ ਬੋਲਿਆ। ਸਪੀਕ ਅਪ ਹੁੰਦਾ ਉੱਚੀ ਬੋਲਣਾ, ਇਹਦਾ ਸਹੀ ਆਨਸਰ ਕੀ ਹੈ, ਸਪੀਕ ਆਫ। ਅਗਲਾ ਦੇਖੋ, she reached the examination hall dash time and the exam started exactly time। ਹੁਣ ਇਹਦੇ ਵਿੱਚ ਦੋ ਤੁਸੀਂ ਜਗ੍ਹਾ ਤੇ ਫਿਲ ਕਰਨਾ ਅਲੱਗ-ਅਲੱਗ ਪ੍ਰੈਪੋਜੀਸ਼ਨ, ਤੁਸੀਂ ਦੇਖੋ ਕਿਹੜਾ ਆਏਗਾ। ਇਹਦਾ ਸਹੀ ਆਨਸਰ ਹੈ ਆਪਸ਼ਨ ਏ, ਇਨ ਐਂਡ ਔਨ। ਇਹਦੇ ਵਿੱਚ ਕੀ ਹੈ, she
reached the examination hall in time and the exam started exactly on time. on time ਆਪਾਂ sharp time ਲਈ use ਕਰਦੇ in time sharp time ਤੋਂ ਪਹਿਲਾਂ। ਜਿਵੇਂ suppose ਕਰੋ ਮੈਂ ਇੱਕ ਲਾਈਨ ਡਰਾ ਕਰ ਰਿਹਾ, suppose ਕਰੋ ਇੱਥੇ 9 ਵੱਜਦੇ ਆ, ਇੱਥੇ 9 ਵੱਜਦੇ ਆ ਤੇ ਇੱਥੇ ਮਤਲਬ ਕਿ 8 ਵੱਜਦੀ ਆ suppose ਕਰੋ, ਠੀਕ ਹੈ। ਤੇ ਅਗਰ ਤੁਸੀਂ ਤੁਹਾਡਾ ਐਗਜ਼ਾਮ ਆ ਜਿਹੜਾ ਉਹ ਐਗਜ਼ੈਕਟਲੀ 9 ਵਜੇ ਸ਼ੁਰੂ ਹੋ ਜਾਣਾ, ਤੁਸੀਂ 9 ਵਜੇ ਤੋਂ ਪਹਿਲਾਂ ਪਹਿਲਾਂ ਚਲੇ ਜਾਂਦੇ ਹੋ, 8 ਵਜੇ ਕੇ ਸਮਥਿੰਗ ਤੇ ਚਲੇ ਜਾਂਦੇ ਹੋ, ਤਾਂ ਫਿਰ ਤੁਸੀਂ ਕੀ ਹੋ ਇਨ ਟਾਈਮ ਹੋ, ਫਿਰ ਤੁਸੀਂ ਕੀ ਹੋ ਇਨ ਟਾਈਮ ਹੋ। ਅਗਰ ਤੁਸੀਂ ਬਿਲਕੁਲ ਬਿਲਕੁਲ ਐਗਜ਼ੈਕਟ ਟਾਈਮ ਦੇ ਉੱਪਰ ਜਾਂਦੇ ਹੋ ਤਾਂ ਫਿਰ ਕੀ ਹੈ ਤੁਸੀਂ ਔਨ ਟਾਈਮ ਹੋ। ਮਤਲਬ ਪੇਪਰ ਨੇ ਤਾਂ ਬਿਲਕੁਲ ਐਗਜ਼ੈਕਟ ਟਾਈਮ ਤੇ ਸ਼ੁਰੂ ਹੋਣਾ ਤਾਂ ਪੇਪਰ ਕੀ ਹੋਊਗਾ ਔਨ ਟਾਈਮ, ਬਟ ਤੁਸੀਂ ਪਹਿਲਾਂ ਚਲੇ ਗਏ 9 ਤੋਂ ਪਹਿਲਾਂ ਚਲੇ ਗਏ ਤਾਂ ਤੁਸੀਂ ਕੀ ਹੋ ਇਨ ਟਾਈਮ ਹੋ। ਇਹ ਯਾਦ ਰੱਖਣਾ ਤੁਸੀਂ, ਇਨ ਟਾਈਮ ਮਤਲਬ ਜਿਹੜੀ ਲਿਮਿਟ ਹੈ ਉਹਦੇ ਅੰਦਰ ਅੰਦਰ, ਔਨ ਟਾਈਮ ਐਗਜ਼ੈਕਟਲੀ ਇਸ ਪੁਆਇੰਟ ਦੇ ਉੱਪਰ ਜਿੱਥੇ ਐਕਸ਼ਨ ਸਟਾਰਟ ਹੁੰਦਾ, ਇਹ ਫਰਕ ਹੈ। ਨੈਕਸਟ ਦੇਖੋ ਅਗਲਾ ਹੈ ਕੀਪ ਯੂਅਰ ਡੌਗ ਡੈਸ਼ ਦਾ ਫਲਾਵਰ ਬੈਡ ਇਟ ਮੇ ਡੈਮੇਜ ਦਾ ਫਲਾਵਰ, ਕਿ ਆਪਣੇ ਕੁੱਤੇ ਨੂੰ ਜਿਹੜਾ ਫਲਾਵਰ ਬੈਡ ਉਹ ਤੋਂ ਦੂਰ ਰੱਖੋ, ਇਹਨੂੰ ਡੈਮੇਜ ਕਰ ਸਕਦਾ। ਹੁਣ ਦੂਰ ਦੇਖੋ ਇਹਦੇ ਵਿੱਚ ਕੀ ਹੋ ਸਕਦਾ, ਪੰਜਾਬੀ ਸੈਂਸ ਇਹ ਬਣਦੀ ਹੈ, ਅੰਗਰੇਜ਼ੀ ਚ ਦੂਰ ਦੇ ਅਲੱਗ-ਅਲੱਗ ਮੀਨਿੰਗ ਹੋਰ ਵੀ ਹੋ ਸਕਦੀ ਆ। ਜਿਸ ਤਰ੍ਹਾਂ ਨਾ ਬਿਸਾਈਡ ਦਾ ਮਤਲਬ ਦਾ ਕੋਲ ਹੁੰਦਾ, ਇਹ ਤਾਂ ਗਲਤ ਹੋ ਗਿਆ, ਇੱਕ ਬਿਸਾਈਡ ਹੁੰਦਾ ਇੱਕ ਬਿਸਾਈਡ ਹੁੰਦਾ, ਇਹਦੇ ਵਿੱਚ ਤੁਹਾਨੂੰ ਫਰਕ ਪਤਾ ਹੋਣਾ ਚਾਹੀਦਾ। ਬਿਸਾਈਡ ਦਾ ਮਤਲਬ ਹੁੰਦਾ ਕੋਲ, ਬਿਸਾਈਡ ਦਾ ਮਤਲਬ ਹੁੰਦਾ ਤੋਂ ਇਲਾਵਾ। ਤੇ ਆਫ, ਫਰੋਮ, ਆਊਟ, ਫਰੋਮ ਵੀ ਨਹੀਂ ਹੋ ਸਕਦਾ। ਹੁਣ ਇਹਦੇ ਵਿੱਚ ਕੀ ਹੈ ਆਊਟ, ਆਊਟ ਦੇ ਨਾਲ ਆਫ ਹੋਣਾ ਚਾਹੀਦਾ ਸੀ, ਇਹ ਵੀ ਨਹੀਂ ਹੋਏਗਾ, ਆਫ ਇਹ ਵਾਲਾ ਆਏਗਾ। ਆਫ ਦਾ ਮਤਲਬ ਹੁੰਦਾ ਫਿਜ਼ੀਕਲ ਸੈਪਰੇਸ਼ਨ ਹੈ, O ਡਬਲ F ਆਫ ਵਾਲੇ ਦਾ ਹੁੰਦਾ ਫਿਜ਼ੀਕਲ ਸੈਪਰੇਸ਼ਨ, ਕਿ ਮਤਲਬ ਆਪਣੇ ਕੁੱਤੇ ਨੂੰ ਦੂਰ ਰੱਖੋ, ਮਤਲਬ ਫਿਜ਼ੀਕਲੀ ਉਹਨੂੰ ਦੂਰ ਰੱਖੋ। ਨੈਕਸਟ ਹੈ ਯੂਅਰ ਸਕੀਮ ਇਜ਼ ਐਡਵਰਸ ਡੈਸ਼ ਮਾਈ ਕਰੀਅਰ। ਦੇਖੋ ਐਡਵਰਸ ਦੇ ਨਾਲ ਮੋਸਟਲੀ ਐਡਵਰਸ ਦੇ ਨਾਲ ਟੂ ਆਉਂਦਾ, ਠੀਕ ਹੈ ਜੀ, ਹੋਰ ਵੀ ਆਏਗਾ ਫੋਰ ਵਗੈਰਾ ਵੀ ਆਏਗਾ, ਮੋਸਟਲੀ ਟੂ ਆਉਂਦਾ, ਤੁਸੀਂ ਟੂ ਮਾਰਕ ਕਰਨਾ। ਐਡਵਰਸ, ਐਡਵਰਸ ਦਾ ਮਤਲਬ ਹੁੰਦਾ ਹਾਰਮਫੁਲ, ਕਿ ਜਿਹੜੀ ਤੇਰੀ ਸਕੀਮ ਹੈ ਜਿਹੜੀ ਉਹ ਹਾਰਮਫੁਲ ਆ ਮੇਰੇ ਕਰੀਅਰ ਦੇ ਲਈ, ਠੀਕ ਹੈ ਜੀ, ਇਹ ਯਾਦ ਰੱਖਣਾ। ਨੈਕਸਟ ਹੈ we were completely taken dash by the estate agent who turned out to be a crook, ਕਿ ਸਾਨੂੰ ਇੱਕ ਜਿਹੜਾ estate agent ਸੀਗਾ, ਅਸੀਂ estate agent ਦੇ ਧੋਖੇ ਚ ਆ ਗਏ ਕਿ ਜਿਹੜਾ ਇੱਕ ਠੱਗ ਨਿਕਲਿਆ। ਤਾਂ ਹੁਣ ਇੱਥੇ ਤੁਸੀਂ ਦੇਖਣਾ ਟੇਕਨ, ਟੇਕਨ ਤੋਂ ਬਾਅਦ ਕੰਪਲੀਟਲੀ ਟੇਕਨ ਆਫ, ਟੇਕਨ ਆਫ ਤਾਂ ਨਹੀਂ ਸਕਦਾ, ਟੇਕਨ ਫॉर ਵੀ ਨਹੀਂ ਆ ਸਕਦਾ। ਹੁਣ ਕੀ ਹੈਗਾ ਟੇਕਨ ਔਨ ਜਾਂ ਟੇਕਨ ਇਨ, ਦੋ ਨੇ ਇਹ। ਹੁਣ ਇਹਨਾਂ ਦੇ ਵਿੱਚ ਦੱਸੋ ਕੀ ਹੋਏਗਾ। ਇੱਕ ਫਰੇਜ਼ਲ ਵਰਬ ਹੁੰਦਾ ਟੇਕਨ ਇਨ, ਜਿਹਦਾ ਮਤਲਬ ਹੁੰਦਾ ਕਿਸੇ ਨੂੰ ਵਿਸ਼ਵਾਸ ਚ ਲੈ ਕੇ ਧੋਖਾ ਦੇਣਾ। ਤਾਂ ਹੁਣ ਇਹਦਾ ਸਹੀ ਆਂਸਰ ਕੀ ਹੈਗਾ ਟੇਕਨ ਇਨ। ਵੀ ਵਰ ਕੰਪਲੀਟਲੀ ਟੇਕਨ ਇਨ, ਸਾਨੂੰ ਪੂਰੀ ਤਰ੍ਹਾਂ ਵਿਸ਼ਵਾਸ ਚ ਲਿਆ ਤੇ ਬਾਅਦ ਤੋਂ ਲੱਗੇ ਉਹ ਠੱਗ ਸੀ, ਸਾਡੇ ਨਾਲ ਧੋਖਾ ਕਰ ਗਿਆ, ਠੀਕ ਹੈ ਜੀ। ਅਗਲਾ ਹੈ ਦੇयर ਇਜ਼ ਅ ਬ੍ਰਿਜ ਡੈਸ਼ ਦਾ ਰਿਵਰ, ਮੈਂ ਤੁਹਾਨੂੰ ਦੱਸਿਆ ਸੀ ਓਵਰ ਦਾ ਰਿਵਰ। ਡਾਊਨ ਤਾਂ ਹੀ ਨਹੀਂ ਸਕਦਾ, ਬੱਚੇ ਕਨਫਿਊਜ਼ ਕਰਨਗੇ, ਔਨ, ਔਨ ਕਦੇ ਨਹੀਂ ਹੋਊਗਾ, ਬ੍ਰਿਜ ਔਨ ਦਾ ਰਿਵਰ ਨਹੀਂ ਹੋਊਗਾ, ਓਵਰ ਦਾ ਰਿਵਰ ਹੋਊਗਾ, ਅਕ੍ਰੋਸ ਦਾ ਰਿਵਰ ਵੀ ਨਹੀਂ ਆਏਗਾ। ਨੈਕਸਟ ਦੇਖੋ ਅਗਲਾ ਹੈ ਡਿਡ ਦਾ ਬॉयਜ਼ ਡੈਸ਼, ਡਿਡ ਦਾ ਬॉयਜ਼ ਟਰਨ ਡੈਸ਼ ਫॉर ਫੁੱਟਬਾਲ ਪ੍ਰੈਕਟਿਸ। ਹੁਣ ਇਹਦੇ ਵਿੱਚ ਦੱਸੋ ਕੀ ਹੋਏਗਾ। ਹੁਣ ਆਪਾਂ ਨੂੰ ਲੱਗਦਾ ਕਿ ਟਰਨ ਦੇ ਨਾਲ ਟਰਨ ਬੈਕ ਤਾਂ ਹੋਏਗਾ ਨਹੀਂ, ਇਹ ਕੱਟ ਦੋ, ਮਤਲਬ ਟਰਨ ਇਨ ਵੀ ਨਹੀਂ ਹੁੰਦਾ। ਹੁਣ ਆਪਾਂ ਨੂੰ ਕਨਫਿਊਜ਼ਨ ਕਿੱਥੇ ਕੀ ਹੈ, ਟਰਨ ਅਪ ਜਾਂ ਟਰਨ ਔਨ। ਹੁਣ ਇੱਥੇ ਇੱਕ ਕਨਫਿਊਜ਼ਨ ਹੈ, ਟਰਨ ਔਨ ਦਾ ਮਤਲਬ ਕੀ ਹੁੰਦਾ ਕਿਸੇ ਚੀਜ਼ ਨੂੰ ਚਾਲੂ ਕਰਨਾ, ਹਨਾ, ਸ਼ੁਰੂ ਕਰਨਾ, ਸਵਿਚ ਔਨ ਕਰਨਾ, ਟਰਨ ਔਨ ਕਰਨਾ। ਟਰਨ ਅਪ ਦਾ ਮਤਲਬ ਕੀ ਹੁੰਦਾ ਕਿ ਕਿਸੇ ਜਗ੍ਹਾ ਤੇ ਪਹੁੰਚਣਾ, ਟਰਨ ਅਪ ਪਹੁੰਚਣਾ। ਹੁਣ ਤੁਸੀਂ ਦੱਸੋ ਪਹੁੰਚਣਾ ਜਿਆਦਾ ਸਹੀ ਹੈ ਜਾਂ ਔਨ ਕਰਨਾ ਜਾਂ ਚਾਲੂ ਕਰਨਾ ਜਿਹੜਾ ਸਹੀ ਹੈ। ਇੱਥੇ ਪਹੁੰਚਣਾ ਜਿਹੜਾ ਸਹੀ ਹੈ ਕਿ ਜਿਹੜਾ ਬॉयਜ਼ ਟਰਨ ਅਪ ਫॉर ਦਾ ਫੁੱਟਬਾਲ ਪ੍ਰੈਕਟਿਸ, ਕਿ ਮੁੰਡੇ ਫੁੱਟਬਾਲ ਪ੍ਰੈਕਟਿਸ ਲਈ ਆਏ, ਕਿ ਮੁੰਡੇ ਫੁੱਟਬਾਲ ਪ੍ਰੈਕਟਿਸ ਲਈ ਆਏ, ਇਹ ਤਾਂ ਸਹੀ ਹੈ, ਠੀਕ ਹੈ ਜੀ। ਵੈਸੇ ਵੀ ਔਨ ਤਾਂ ਆਉਣਾ ਨਹੀਂ ਸੀ ਕਿਉਂਕਿ ਡਿਡ ਦਾ ਬॉयਜ਼ ਟਰਨ ਔਨ ਫॉर ਦੋ ਪ੍ਰੈਪੋਜੀਸ਼ਨ ਇਕੱਠੀਆਂ ਹੋ ਗਈਆਂ, ਨਹੀਂ ਹੋਣਾ, ਨਹੀਂ ਹੋਏਗਾ। ਅਗਲੇ ਦੇਖੋ ਅਗਲਾ ਹੀ ਡਿਡ ਨਾਟ ਕੁਆਲੀਫਾਈ ਡੈਸ਼ ਦਾ ਜੌਬ। ਹੁਣ ਇਹਦੇ ਵਿੱਚ ਕਿਹੜੇ ਕਿਹੜੇ ਐਲੀਮੀਨੇਟ ਕਰ ਸਕਦੇ ਹੋ, ਵਿਦ ਦਾ ਜੌਬ। ਵਿਦ ਤਾਂ ਤੁਸੀਂ ਹਮੇਸ਼ਾ ਮੋਸਟਲੀ ਯੂਜ਼ ਕਰਨਾ ਕਿ ਹਿਊਮਨ ਦੇ ਲਈ, ਠੀਕ ਹੈ ਜੀ। ਵਿਦ ਆਪਾਂ ਜ਼ਿਆਦਾਤਰ ਹਿਊਮਨ ਲਈ ਯੂਜ਼ ਕਰਦੇ ਹਾਂ, ਵੈਸੇ ਨਹੀਂ ਯੂਜ਼ ਕਰਦੇ। ਤੇ ਉਸ ਤੋਂ ਬਾਅਦ ਇਨ ਆ ਗਿਆ, ਕੁਆਲੀਫਾਈ ਇਨ ਦਾ ਜੌਬ, ਕੁਆਲੀਫਾਈ ਫॉर ਦਾ ਜੌਬ। ਇਨ ਦਾ ਜੌਬ ਵੀ ਨਹੀਂ ਆਏਗਾ, ਇਨ ਤਾਂ ਉੱਥੇ ਯੂਜ਼ ਕਰ ਸਕਦੇ ਹਾਂ ਜਦੋਂ ਕੋਈ ਰਾਉਂਡ ਚੱਲ ਰਿਹਾ, ਕੋਈ ਚੀਜ਼ ਚੱਲ ਰਹੀ ਹੈ ਕਿ ਤੁਸੀਂ ਉਹਦੇ ਵਿੱਚ ਨਹੀਂ ਕੁਆਲੀਫਾਈ ਕਰ ਪਾਏ। ਜੌਬ ਦਾ ਕੋਈ ਐਵੇਂ ਦਾ ਕੋਈ ਕੰਟੈਸਟ ਨਹੀਂ ਨਾ ਹੈਗਾ, ਜੌਬ ਤਾਂ ਇੱਕ ਪਰਮਾਨੈਂਟ ਇੱਕ ਤੁਹਾਡੀ ਡਿਊਟੀ ਹੈ ਜਿਹੜੀ ਚੱਲ ਰਹੀ ਹੈ ਜਾਂ ਸ਼ੁਰੂ ਹੋਣ ਵਾਲੀ ਹੈ, ਠੀਕ ਹੈ ਜੀ। ਤਾਂ ਤੁਸੀਂ ਇਹ ਨਹੀਂ ਲਗਾਓਗੇ ਹੀ ਡਿਡ ਨਾਟ ਕੁਆਲੀਫਾਈ ਇਨ ਦਾ ਜੌਬ, ਇਹ ਵੀ ਗਲਤ ਹੋ ਜਾਏਗਾ। ਕੁਆਲੀਫਾਈ ਆਪਾਂ ਕਰ ਲਈ ਉਹਦਾ ਕੁਆਲੀਫਾਈ ਫॉर, ਆਪਾਂ ਲਿਖਦੇ ਹਾਂ ਕਿ ਜਦੋਂ ਅੱਜ ਕੱਲ੍ਹ ਜਿਵੇਂ ਓਲੰਪਿਕ ਚੱਲ ਰਹੇ ਨੇ ਆਪਾਂ ਲਿਖਦੇ ਹਾਂ ਕਿ ਦਿਸ ਮੈਨ ਕੁਆਲੀਫਾਈਡ ਫॉर ਦਾ ਓਲੰਪਿਕਸ। ਤਾਂ ਬੜਾ ਈਜ਼ੀ ਹੈ, ਇੱਥੇ ਤੁਸੀਂ ਐਲੀਮੀਨੇਟ ਕਰਨਾ, ਕੁਆਲੀਫਾਈ ਲਿਖਣਾ, ਟੂ ਵੀ ਨਹੀਂ ਆਏਗਾ, ਟੂ ਤਾਂ ਹਮੇਸ਼ਾ ਹੀ ਗਲਤ ਹੈ ਵਿੱਚ। ਇੱਕ ਚੀਜ਼ ਹੋਰ ਯਾਦ ਰੱਖਿਓ ਕਿ ਜਿਵੇਂ ਲਿਖਿਆ ਸੈਮ ਕੁਡਨਟ ਕੁਆਲੀਫਾਈ ਇਨ ਦਾ ਫਾਈਨਲ ਰਾਉਂਡ, ਇਹ ਹੋ ਸਕਦਾ, ਇਹ ਇੱਥੇ ਆ ਸਕਦਾ ਕਿਉਂਕਿ ਇਹ ਫਾਈਨਲ ਰਾਉਂਡ ਦੀ ਗੱਲ ਹੋ ਰਹੀ ਹੈ। ਅਗਰ ਫਾਈਨਲ ਰਾਉਂਡ 'ਚ ਪਰਫਾਰਮ ਨਹੀਂ ਕਰ ਪਾਇਆ, ਮਤਲਬ ਉਹ ਆਲਰੇਡੀ ਫਾਈਨਲ ਰਾਉਂਡ ਦੇ ਵਿੱਚ ਹੈ ਤੇ ਉਹਦੇ ਵਿੱਚ ਉਹਨੇ ਕੁਆਲੀਫਾਈ ਨਹੀਂ ਕਰ ਪਾਇਆ ਤਾਂ ਉਹ ਅੱਗੇ ਨਹੀਂ ਜਾ ਪਾਏਗਾ। ਫਿਰ ਕੁਆਲੀਫਾਈ ਫॉर ਹੈ ਤਾਂ ਮਤਲਬ ਕਿ ਉਹ ਨੈਕਸਟ ਲੈਵਲ ਹੈ ਜਿੱਥੇ ਤੱਕ ਉਹਨੇ ਪਹੁੰਚਣਾ, ਉਹ ਨੈਕਸਟ ਲੈਵਲ ਹੈ ਜਿੱਥੇ ਤੱਕ ਉਹਨੇ ਪਹੁੰਚਣਾ, ਫਿਰ ਆਪਾਂ ਕੁਆਲੀਫਾਈ ਲਿਖਾਂਗੇ। ਨੈਕਸਟ ਦੇਖੋ ਹੁਣ ਇਹਦੇ 'ਚ ਸਪੋਟਿੰਗ ਐਰਰ ਨੇ, ਜਿਸ ਤਰ੍ਹਾਂ ਨਾਲ ਇਹਦੇ 'ਚ ਆਪਾਂ ਐਰਰ ਫਾਈਂਡ ਕਰਨਾ। ਹੀ ਵਾਸ ਡਿਵਾਈਡ ਟੂ ਅਟੈਂਡ ਦਾ ਮੌਨਸੂਨ ਸੈਸ਼ਨ ਆਫ ਦਾ ਪਾਰਲੀਮੈਂਟ, ਇਹਨੂੰ ਮਾਰਕ ਕਰਨ ਦੀ ਕੋਸ਼ਿਸ਼ ਕਰੋ। ਦੇਖੋ ਡੀਬੈਡ ਦੇ ਨਾਲ ਕਦੇ ਵੀ ਟੂ ਨਹੀਂ ਆਉਂਦਾ, ਡੀਬੈਡ ਦੇ ਨਾਲ ਕੀ ਹੁੰਦਾ ਫਰੋਮ। ਹੀ ਵਾਸ ਡੀਬੈਡ ਫਰੋਮ ਅਟੈਂਡਿੰਗ ਦਾ ਮੌਨਸੂਨ ਸੈਸ਼ਨ ਆਫ ਦਾ ਪਾਰਲੀਮੈਂਟ, ਅਟੈਂਡਿੰਗ ਆ ਜਾਏਗਾ ਨਾਲ, ਇਹਦੇ ਅਟੈਂਡ ਜਗ੍ਹਾ ਤੇ। The song of the old movies are worth listening to, ਇਹਦੇ ਵਿੱਚ ਐਰਰ ਫਾਈਂਡ ਕਰਨ ਦੀ ਕੋਸ਼ਿਸ਼ ਕਰੋ। The song of the old movies are worth listening to,
ਇੱਕ ਗੱਲ ਯਾਦ ਰੱਖਿਓ, ਵਰਥ ਲਿਸਨਿੰਗ ਦੇ ਪਿੱਛੇ ਕਦੇ ਵੀ ਟੂ ਨਹੀਂ ਹੁੰਦਾ, ਸਿੱਧਾ ਵਰਥ ਲਿਸਨਿੰਗ ਆਏਗਾ। ਅਗਰ ਕੱਲਾ ਲਿਸਨਿੰਗ ਹੈ ਤਾਂ ਲਿਸਨਿੰਗ ਦੇ ਨਾਲ ਟੂ ਆਏਗਾ। ਆਈ ਐਮ ਫੌਂਡ ਆਫ ਲਿਸਨਿੰਗ ਟੂ ਮਿਊਜ਼ਿਕ, ਇਹ ਵੀ ਸਹੀ ਹੋ ਸਕਦਾ। ਤੇ ਨੈਕਸਟ ਹੈ ਵਿਚ ਨਿਊਜ਼ਪੇਪਰ ਡੂ ਯੂ ਸਬਸਕ੍ਰਾਈਬ ਫॉर। ਇਹ ਤਾਂ ਬੜਾ ਈਜ਼ੀ ਹੈ, ਮੇਰੇ ਹਿਸਾਬ ਨਾਲ ਤੁਹਾਨੂੰ ਸਮਝ ਆਉਣਾ ਚਾਹੀਦਾ, ਕਿਉਂਕਿ ਮੋਸਟਲੀ YouTube ਚੈਨਲ ਤੇ ਵੀਡੀਓਜ਼ ਦੇਖਦੇ ਹੋ ਤਾਂ ਕਹਿੰਦੇ ਆ ਕਿ ਸਬਸਕ੍ਰਾਈਬ ਟੂ ਮਾਈ YouTube ਚੈਨਲ, ਤਾਂ ਸਬਸਕ੍ਰਾਈਬ ਦੇ ਨਾਲ ਹਮੇਸ਼ਾ ਟੂ ਆਏਗਾ। ਠੀਕ ਹੈ ਜੀ। ਵਿਚ ਨਿਊਜ਼ਪੇਪਰ ਡੂ ਯੂ ਸਬਸਕ੍ਰਾਈਬ ਟੂ, ਤਾਂ ਤੁਸੀਂ ਵੀ ਸਬਸਕ੍ਰਾਈਬ ਦੇ ਨਾਲ ਟੂ, मैं भी कहूँगा सब्सक्राइब टू माई YouTube चैनल। थैंक यू फॉर वॉचिंग द वीडियो। अगर वीडियो अच्छा लगे तो वीडियो लाइक कर दो, चैनल को सब्सक्राइब कर दो।